ਰਾਖਸ਼ ਦੀ ਮੁੰਦਰੀ। ਵਿਸ਼ਾਖਾ ਦੱਤ ਅੱਜ ਤੋਂ 1400 ਸਾਲ ਪਹਿਲਾਂ ਸੰਸਕ੍ਰਿਤ ਦਾ ਇੱਕ ਉੱਘਾ ਨਾਟਕਕਾਰ ਹੋਇਆ ਹੈ। ਇਸ ਦਾ ਪਿਤਾ ਭਾਸਕਰ ਦੱਤ ਮਹਾਰਾਜਾ ਅਵੰਤੀ ਵਰਮਨ ਦਾ ਇੱਕ ਵੱਡਾ ਦਰਬਾਰੀ ਸੀ। ਮੁਦਰਾ ਰਾਖਸ਼ ਜਾਂ ਰਾਖਸ਼ ਦੀ ਮੁੰਦਰੀ ਉਸ ਦਾ ਇੱਕ ਪ੍ਰਸਿੱਧ ਨਾਟਕ ਹੈ। ਪ੍ਰਾਚੀਨ ਕਾਲ ਵਿੱਚ ਨੰਦ ਵੰਸ਼ ਦਾ ਮਹਾਰਾਜਾ ਸਰਵਅਸਥੀ ਪਾਟਲੀਪੁੱਤਰ ਵਿੱਚ, ਜਿਸ ਨੂੰ ਅੱਜ ਕੱਲ੍ਹ ਪਟਨਾ ਕਹਿੰਦੇ ਹਨ, ਰਾਜ ਕਰਦਾ ਸੀ। ਇਸ ਦਾ ਇੱਕ ਵਫਾਦਾਰ ਮੰਤਰੀ ਸੀ ਜਿਸ ਦਾ ਨਾਂ ਰਾਖਸ਼ ਸੀ। ਸਰਵ ਅਰਥ ਸਿੱਧੀ ਦੀਆਂ ਦੋ ਰਾਣੀਆਂ ਸਨ। ਇੱਕ ਉੱਚੀ ਕੁਲ ਵਿੱਚੋਂ ਸੀ ਤੇ ਦੂਸਰਾ ਨਾਂ ਸੁਨੰਦਾ ਸੀ। ਦੂਜੀ ਨੀਚ ਕੁਲ ਵਿੱਚੋਂ ਸੀ, ਉਸ ਦਾ ਨਾਂ ਮੌਰਾ ਸੀ। ਇਹ ਰੱਜ ਕੇ ਸੋਹਣੀ ਸੀ। ਇੱਕ ਦਿਨ ਇੱਕ ਤਪਸਵੀ ਸਰਵਾਵਰਥੀ ਸਿੱਧੀ ਦੇ ਦਰਬਾਰ ਵਿੱਚ ਆਇਆ। ਮਹਾਰਾਜੇ ਨੇ ਉਹਦਾ ਨਿੱਘਾ ਸਵਾਗਤ ਕੀਤਾ। ਉਹਨੇ ਆਪਣੇ ਹੱਥਾਂ ਨਾਲ ਮਹਾਤਮਾ ਦੇ ਚਰਨ ਧੋਤੇ ਤੇ ਚਰਨ ਪੌਲ ਆਪਣੀਆਂ ਰਾਣੀਆਂ ਤੇ ਛਿੜਕੀ। 9 ਤੁਬਕੇ ਸੁਨੰਦਾ ਤੇ ਡਿੱਗੇ ਤੇ ਉਹਦੀ ਕੁੱਖੋਂ 9 ਲੜਕੇ ਪੈਦਾ ਹੋਏ। ਸਾਰਿਆਂ ਦਾ ਨਾਂ ਨੰਦ ਰੱਖਿਆ ਗਿਆ। ਦੂਜੀ ਤੇ ਇੱਕ ਹੀ ਤੁਬਕਾ ਡਿੱਗਾ, ਉਹਦੇ ਘਰ ਇੱਕ ਲੜਕਾ ਹੋਇਆ, ਉਹਦਾ ਨਾਂ ਮੌਰਿਆ ਰੱਖਿਆ ਗਿਆ। ਸਰਵਅਰਥ ਸਿੱਧੀ ਜਦੋਂ ਬੁੱਢਾ ਹੋ ਗਿਆ ਤਾਂ ਉਹਨੇ ਆਪਣਾ ਰਾਜ ਸੁਨੰਦਾ ਦੇ 9 ਪੁੱਤਰਾਂ ਵਿੱਚ ਵੰਡ ਦਿੱਤਾ ਤੇ ਫੌਜ ਦੀ ਕਮਾਨ ਮੌਰਿਆਂ ਦੇ ਲੜਕੇ ਮੌਰਿਆਂ ਦੇ ਹੱਥ ਵਿੱਚ ਦੇ ਦਿੱਤੀ। ਕੁਝ ਸਮੇਂ ਪਿੱਛੋਂ ਮੌਰਿਆਂ ਦੇ ਕਈ ਲੜਕੇ ਹੋਏ। ਉਹਨਾਂ ਵਿੱਚ ਸਭ ਤੋਂ ਸਿਆਣਾ ਚੰਦਰਗੁਪਤ ਸੀ। ਮੌਰਿਆ ਦੇ ਭਰਾ ਨੰਦ ਉਹਦੇ ਨਾਲ ਬੜੀ ਈਰਖਾ ਕਰਦੇ ਸਨ। ਉਹਨਾਂ ਦੇ ਉਹਦੇ ਅਤੇ ਉਹਦੇ ਲੜਕਿਆਂ ਦੇ ਝੂਠਾ ਦੋਸ਼ ਲਾ ਕੇ ਉਹਨਾਂ ਨੂੰ ਕੈਦ ਵਿੱਚ ਸੁੱਟ ਦਿੱਤਾ। ਉਹਨਾਂ ਇਹ ਸਲਾਹ ਕੀਤੀ ਕਿ ਇਹਨਾਂ ਨੂੰ ਕੈਦ ਵਿੱਚ ਭੁੱਖਿਆਂ ਰੱਖ ਕੇ ਮਾਰ ਦਿੱਤਾ ਜਾਏ। ਇੱਕ ਇੱਕ ਕਰਕੇ ਸਾਰੇ ਪਿਓ ਪੁੱਤਰ ਮਰ ਗਏ। ਸਿਰਫ ਚੰਦਰਗੁਪਤ ਬਾਕੀ ਰਹਿ ਗਿਆ। ਉਹ ਵੀ ਵਿਚਾਰਾ ਕੁਝ ਦਿਨਾਂ ਪਿੱਛੋਂ ਮਰਨ ਵਾਲਾ ਹੋ ਗਿਆ। ਇੱਕ ਦਿਨ ਇੱਕ ਗਵਾਂਢੀ ਰਾਜੇ ਨੇ ਨੰਦ ਭਰਾਵਾਂ ਦੀ ਅਕਲ ਪਰਖਣ ਲਈ ਪਿੰਜਰੇ ਵਿੱਚ ਬੰਦ ਕੀਤਾ ਇੱਕ ਸ਼ੇਰ ਉਹਨਾਂ ਵੱਲ ਭੇਜਿਆ। ਇਹ ਸ਼ੇਰ ਮੋਮ ਦਾ ਬਣਿਆ ਹੋਇਆ ਸੀ, ਪਰ ਇਸ ਕਮਾਲ ਨਾਲ ਬਣਾਇਆ ਗਿਆ ਸੀ ਕਿ ਉਹ ਬਿਲਕੁਲ ਜਿਉਂਦਾ ਜਾਗਦਾ ਲੱਗਦਾ ਸੀ। ਪਿੰਜਰੇ ਦੇ ਨਾਲ ਹੀ ਉਹਨੇ ਇੱਕ ਖੱਤ ਲਿਖ ਕੇ ਘੱਲਿਆ ਸੀ, ਮੈਂ ਤੁਹਾਡੇ ਵਿੱਚੋਂ ਉਸ ਨੂੰ ਜ਼ਿਆਦਾ ਅਕਲਮੰਦ ਸਮਝਾਂਗਾ ਜਿਹੜਾ ਪਿੰਜਰੇ ਨੂੰ ਖੋਲ੍ਹੇ ਬਿਨਾਂ ਹੀ ਸ਼ੇਰ ਨੂੰ ਬਾਹਰ ਕੱਢ ਦੇਵੇ। ਸਾਰੇ ਭਰਾ ਸਿਰ ਖਪਾਉਂਦੇ ਰਹੇ, ਪਰ ਉਹਨਾਂ ਨੂੰ ਕੋਈ ਤਰੀਕਾ ਨਾ ਸੁੱਝਿਆ ਜਿਸ ਨਾਲ ਬਿਨਾਂ ਪਿੰਜਰਾ ਖੋਲ੍ਹੇ ਸ਼ੇਰ ਨੂੰ ਬਾਹਰ ਕੱਢਿਆ ਜਾ ਸਕੇ। ਆਖਰ ਇੱਕ ਭਰਾ ਕਹਿਣ ਲੱਗਾ, ਜੇ ਅਸੀਂ ਇਹ ਨਾ ਕਰ ਸਕੇ ਤਾਂ ਰਾਜਾ ਸਾਡੇ 'ਤੇ ਹੱਸੇਗਾ ਤੇ ਕਹੇਗਾ ਅਸੀਂ ਬੁੱਧੂ ਹਾਂ ਤੇ ਰਾਜ ਕਰਨ ਦੇ ਯੋਗ ਨੇ। ਮੇਰਾ ਖਿਆਲ ਹੈ ਚੰਦਰਗੁਪਤ ਨੂੰ ਪੁੱਛ ਵੇਖੀਏ, ਸ਼ਾਇਦ ਉਹ ਇਸ ਵਿੱਚ ਸਾਡੀ ਮਦਦ ਕਰ ਸਕੇ। ਜੇ ਉਹ ਇਸ ਬੁਝਾਰਤ ਦਾ ਕੋਈ ਹੱਲ ਲੱਭ ਸਕੇ ਤਾਂ ਅਸੀਂ ਉਸ ਨੂੰ ਕੈਦ 'ਚੋਂ ਕੱਢ ਦੇਵਾਂਗੇ। ਇਹ ਤਜਵੀਜ਼ ਦੂਜੇ ਭਰਾ ਮੰਨ ਗਏ। ਉਹਨਾਂ ਨੇ ਚੰਦਰਗੁਪਤ ਨੂੰ ਕੈਦ ਵਿੱਚੋਂ ਮੰਗਵਾਇਆ ਤੇ ਉਹਨੂੰ ਆਖਿਆ, ਜੇ ਤੂੰ ਰਾਜੇ ਦੀ ਬੁਝਾਰਤ ਬੁੱਝ ਦੇਵੇਂ ਤਾਂ ਅਸੀਂ ਤੈਨੂੰ ਕੈਦ ਵਿੱਚੋਂ ਕੱਢ ਦੇਵਾਂਗੇ। ਇਹ ਕਹਿ ਕੇ ਉਹਨਾਂ ਨੇ ਸ਼ੇਰ ਵਾਲਾ ਪਿੰਜਰਾ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤਾ। ਚੰਦਰਗੁਪਤ ਨੇ ਕੁਝ ਚਿਰ ਸੋਚਿਆ, ਫਿਰ ਉਹਨੇ ਲੋਹੇ ਦੀ ਇੱਕ ਸੀਖ ਅੱਗ ਵਿੱਚ ਲਾਲ ਕੀਤੀ ਤੇ ਸ਼ੇਰ ਦੀ ਵੱਖੀ ਵਿੱਚ ਖੋਭ ਦਿੱਤੀ। ਝੱਟ ਹੀ ਸਾਰੀ ਮੋਮ ਟਲ ਗਈ ਤੇ ਸ਼ੇਰ ਗਾਇਬ ਹੋ ਗਿਆ। ਇਹ ਵੇਖ ਕੇ ਨੰਦ ਭਰਾ ਬੜੇ ਖੁਸ਼ ਹੋਏ, ਪਰ ਉਹਨਾਂ ਦੇ ਦਿਲਾਂ ਵਿੱਚੋਂ ਚੰਦਰਗੁਪਤ ਲਈ ਕਿਰਨਾ ਫਿਰ ਵੀ ਨਾ ਗਈ। ਉਹਨਾਂ ਨੇ ਚੰਦਰਗੁਪਤ ਨੂੰ ਛੱਡ ਤਾਂ ਦਿੱਤਾ, ਪਰ ਨਾਲ ਹੀ ਉਹਨੂੰ ਜਾਨੋਂ ਮਾਰਨ ਦੀਆਂ ਵਿਉਂਤਾਂ ਵੀ ਸੋਚਣ ਲੱਗ ਪਏ। ਚੰਦਰਗੁਪਤ ਉਹਨਾਂ ਦੀਆਂ ਸਭ ਗੱਲਾਂ ਜਾਣਦਾ ਸੀ। ਉਹ ਬੜਾ ਚੁਕੰਨਾ ਰਿਹਾ ਤੇ ਮੌਕਾ ਪਾ ਕੇ ਉਹਨਾਂ ਦੇ ਪੰਜੇ ਵਿੱਚੋਂ ਨਿਕਲ ਗਿਆ। ਉਹ ਇੱਕ ਬੜੇ ਵਿਦਵਾਨ ਸੰਨਿਆਸੀ ਪਾਸ ਗਿਆ ਜਿਸ ਦਾ ਨਾਂ ਚਾਣਕਿਆ ਸੀ। ਉਹ ਸ਼ਕਲ ਦਾ ਬੜਾ ਬਦਸੂਰਤ ਪਰ ਵਿਦਵਾਨ ਸੀ ਤੇ ਅਕਲ ਦਾ ਧਨੀ ਸੀ। ਉਹਨੇ ਚਾਣਕਿਆ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਤੇ ਮਦਦ ਲਈ ਬੇਨਤੀ ਕੀਤੀ। ਸਾਰੀ ਗੱਲਬਾਤ ਸੁਣ ਕੇ ਚਾਣਕਿਆ ਨੇ ਚੰਦਰਗੁਪਤ ਨਾਲ ਇਕਰਾਰ ਕੀਤਾ ਕਿ ਰਾਜ ਵਾਪਸ ਲੈਣ ਵਿੱਚ ਉਹ ਚੰਦਰਗੁਪਤ ਦੀ ਪੂਰੀ ਮਦਦ ਕਰੇਗਾ। ਇੱਕ ਦਿਨ ਚਾਣਕਿਆ ਰਾਜ ਮਹਲ ਦੇ ਖਾਣਾ ਖਾਣ ਵਾਲੇ ਕਮਰੇ ਵਿੱਚ ਜਾ ਕੇ ਆਪੇ ਹੀ ਇੱਕ ਉੱਚੀ ਥਾਂ 'ਤੇ ਬੈਠ ਗਿਆ। ਨੰਦ ਭਰਾ ਬੜੇ ਆਕੜਬਾਜ਼ ਅਤੇ ਘੁਮੰਡੀ ਸਨ। ਉਹ ਕਿਸੇ ਸਾਧੂ ਸੰਤ ਦੀ ਇੱਜ਼ਤ ਨਹੀਂ ਸਨ ਕਰਦੇ। ਉਹਨਾਂ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਸ ਬਦਸੂਰਤ ਨੂੰ ਘਸੀਟ ਕੇ ਗੱਦੀ ਤੋਂ ਥੱਲੇ ਲਾ ਦੇਣ। ਇਸ ਬੇਇੱਜ਼ਤੀ 'ਤੇ ਚਾਣਕਿਆ ਨੂੰ ਬਹੁਤ ਕ੍ਰੋਧ ਆਇਆ। ਉਹਨੇ ਕਮਰੇ ਦੇ ਵਿਚਕਾਰ ਖੜੋ ਕੇ ਆਪਣੇ ਕੇਸਾਂ ਦਾ ਜੂੜਾ ਖੋਲ੍ਹ ਦਿੱਤਾ ਤੇ ਪ੍ਰਤਿੱਗਿਆ ਕੀਤੀ ਕਿ ਜਿੰਨਾ ਚਿਰ ਉਹ ਨੰਦ ਵੰਸ਼ ਦਾ ਨਾਂ ਨਹੀਂ ਮਿਟਾ ਦਿੰਦਾ ਉਹ ਆਪਣਾ ਜੂੜਾ ਨਹੀਂ ਕਰੇਗਾ। ਇਸ ਤੋਂ ਪਿੱਛੋਂ ਨਗਰ ਤੋਂ ਚਲਾ ਗਿਆ। ਚੰਦਰਗੁਪਤ ਵੀ ਉਹਦੇ ਮਗਰ ਗਿਆ। ਹੁਣ ਉਹ ਦੋਵੇਂ ਨੰਦ ਭਰਾਵਾਂ ਤੋਂ ਰਾਜ ਖੋਹਣ ਦੇ ਮਨਸੂਬੇ ਬਣਾਉਣ ਲੱਗੇ। ਕੰਮ ਨੂੰ ਸਿਰੇ ਚਾੜ੍ਹਨ ਲਈ ਉਹਨਾਂ ਨੇ ਜੰਗਲੀ ਕੌਮ ਦੇ ਇੱਕ ਰਾਜੇ ਪਰਵਤਕ ਦੀ ਸਹਾਇਤਾ ਲਈ। ਉਹਨਾਂ ਨੇ ਨੰਦ ਭਰਾਵਾਂ ਉੱਤੇ ਹਮਲਾ ਕੀਤਾ ਤੇ ਲੜਾਈ ਕਰਕੇ ਉਹਨਾਂ ਨੂੰ ਹਰਾ ਦਿੱਤਾ ਤੇ ਸਾਰਿਆਂ ਭਰਾਵਾਂ ਨੂੰ ਮਾਰ ਦਿੱਤਾ। ਇਸ ਹਾਰ ਮਗਰੋਂ ਮੰਤਰੀ ਰਾਖਸ਼ ਨੇ ਬੁੱਢੇ ਰਾਜੇ ਸਰਵਅਰਥ ਸਿੱਧੀ ਨੂੰ ਹਿਫਾਜ਼ਤ ਨਾਲ ਦੂਰ ਇੱਕ ਕਿਲੇ ਵਿੱਚ ਭੇਜ ਦਿੱਤਾ ਤੇ ਆਪ ਪਾਟਲੀਪੁੱਤਰ ਵਿੱਚ ਠਹਿਰਿਆ ਰਿਹਾ। ਉੱਤੋਂ ਚੰਦਰਗੁਪਤ ਨਾਲ ਮਿਲ ਗਿਆ। ਉਧਰ ਚਾਣਕਿਆ ਬੜਾ ਚਲਾਕ ਸੀ। ਉਹ ਫੌਰਨ ਉਹਦੇ ਦਿਲ ਦੀ ਗੱਲ ਤਾੜ ਗਿਆ, ਪਰ ਉਹਨੇ ਉਤੋਂ ਪਤਾ ਨਾ ਲੱਗਣ ਦਿੱਤਾ। ਉਹਨੇ ਇਹੀ ਦੱਸਿਆ ਕਿ ਇਹਨੂੰ ਰਾਖਸ਼ 'ਤੇ ਪੂਰਾ ਵਿਸ਼ਵਾਸ ਹੈ। ਕੁਝ ਚਿਰ ਪਿੱਛੋਂ ਰਾਖਸ਼ ਨੇ ਚੰਦਰਗੁਪਤ ਨੂੰ ਮਰਵਾਉਣ ਲਈ ਇੱਕ ਬੜੀ ਸੁੰਦਰ ਵਿਸ਼ ਕੰਨਿਆ ਕੱਲੀ, ਪਰ ਚਾਣਕਿਆ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਪਰਵਤਕ ਪਾਸ ਭੇਜ ਦਿੱਤਾ। ਇਸ ਤਰ੍ਹਾਂ ਉਹਨੇ ਇੱਕ ਤਾਂ ਰਾਖਸ਼ ਦੀ ਚਾਲ ਨਾਕਾਮ ਬਣਾ ਦਿੱਤੀ ਤੇ ਦੂਜੇ ਪਾਸੇ ਝਗੜਾਲੂ ਜੰਗਲੀ ਸਾਥੀ ਨੂੰ ਗਲੋਂ ਲਾ ਦਿੱਤਾ।
ਪ੍ਰਵਤਕ ਦੇ ਭਰਾ ਵੈਰੋਪਤਕ ਨੂੰ ਵੀ ਉਹਨੇ ਉਸ ਬੂਹੇ ਦੇ ਥੱਲੇ ਦੇ ਕੇ ਮਾਰ ਦਿੱਤਾ ਜਿਹੜਾ ਰਾਖਸ਼ ਨੇ ਚੰਦਰਗੁਪਤ ਨੂੰ ਮਾਰਨ ਲਈ ਖੜਾ ਕੀਤਾ ਸੀ। ਫਿਰ ਚਾਣਕਿਆ ਨੇ ਪ੍ਰਵਤਕ ਦੇ ਪੁੱਤਰ ਮਲਿਆਕੇਤੂ ਨੂੰ ਡਰਾਇਆ ਕਿ ਉਹ ਪਾਟਲੀਪੁੱਤਰ ਨੂੰ ਭੱਜ ਜਾਏ, ਨਹੀਂ ਤਾਂ ਉਹਦਾ ਵੀ ਉਹੀ ਹਾਲ ਹੋਏਗਾ ਜਿਹੜਾ ਉਹਦੇ ਪਿਓ ਅਤੇ ਚਾਚੇ ਦਾ ਹੋਇਆ ਹੈ। ਉਹ ਇਤਨਾ ਘਬਰਾਇਆ ਹੋਇਆ ਸੀ ਕਿ ਆਪਣੀ ਬਚੀ ਖੁਚੀ ਫੌਜ ਅਤੇ ਰਾਖਸ਼ ਨੂੰ ਨਾਲ ਲੈ ਕੇ ਉੱਥੋਂ ਦੌੜ ਗਿਆ। ਹੁਣ ਨੰਦ ਵਿਸ਼ ਵਿੱਚੋਂ ਜਿਉਂਦਾ ਸਿਰਫ ਬੁੱਢਾ ਸਰਵਰਤ ਸਿੱਧੀ ਬਾਕੀ ਰਹਿ ਗਿਆ ਸੀ। ਉਹਨੇ ਕਿਲੇ ਨੂੰ ਛੱਡ ਦਿੱਤਾ ਤੇ ਸੰਨਿਆਸੀ ਬਣ ਕੇ ਬਨਾਂ ਨੂੰ ਚਲਾ ਗਿਆ। ਪਰ ਚਾਣਕਿਆ ਨੇ ਉਹਨੂੰ ਵੀ ਨਾ ਛੱਡਿਆ ਤੇ ਉਹਨੂੰ ਪਾਣੀ ਵਿੱਚ ਜ਼ਹਿਰ ਦੇ ਕੇ ਮਰਵਾ ਦਿੱਤਾ। ਇਸ ਤਰ੍ਹਾਂ ਚਾਣਕਿਆ ਨੇ ਆਪਣੀ ਪ੍ਰਤਿੱਗਿਆ ਪੂਰੀ ਕੀਤੀ। ਪਰ ਰਾਖਸ਼ ਦੇ ਦਿਲ ਵਿੱਚ ਅਜੇ ਵੀ ਆਪਣੇ ਮਾਲਕ ਦੀ ਵਫਾਦਾਰੀ ਦਾ ਖੂਨ ਖੌਲ ਰਿਹਾ ਸੀ। ਉਹਨੇ ਮਲਿਆਕੇਤੂ ਨੂੰ ਉਕਸਾਇਆ ਕਿ ਜੇ ਉਹ ਉਹਦੇ ਨਾਲ ਪਾਟਲੀਪੁੱਤਰ 'ਤੇ ਹਮਲਾ ਕਰੇ ਤਾਂ ਉਹ ਉਹਨੂੰ ਸਾਰੇ ਰਾਜ ਦਾ ਮਾਲਕ ਬਣਾ ਦੇਵੇਗਾ। ਮਲਿਆਕੇਤੂ ਨੂੰ ਪੱਕਾ ਕਰਨ ਲਈ ਰਾਖਸ਼ ਨੇ ਉਹਨੂੰ ਨਾਲ ਹੀ ਇਹ ਵੀ ਯਕੀਨ ਦਿਵਾਇਆ ਕਿ ਸਾਰੀ ਪ੍ਰਜਾ ਚੰਦਰਗੁਪਤ ਨਾਲ ਵਿਗੜੀ ਹੋਈ ਹੈ, ਇਸ ਲਈ ਚੰਦਰਗੁਪਤ ਨੂੰ ਜਿੱਤ ਲੈਣਾ ਕੋਈ ਔਖਾ ਕੰਮ ਨਹੀਂ। ਮਲਿਆਕੇਤੂ ਨੇ ਜੰਗ ਲਈ ਕਮਰ ਕੱਸੇ ਕਰ ਲਏ ਤੇ ਜੰਗਲੀਆਂ ਦੀ ਇੱਕ ਬੜੀ ਵੱਡੀ ਫੌਜ ਨਾਲ ਚੰਦਰਗੁਪਤ 'ਤੇ ਹਮਲਾ ਕਰ ਦਿੱਤਾ। ਚਾਣਕਿਆ ਜਾਣਦਾ ਸੀ ਕਿ ਚੰਦਰਗੁਪਤ ਦੀ ਫੌਜ ਮਲਿਆਕੇਤੂ ਦੀ ਫੌਜ ਦਾ ਮੁਕਾਬਲਾ ਨਹੀਂ ਕਰ ਸਕੇਗੀ, ਕਿਉਂਕਿ ਮਲਿਆਕੇਤੂ ਨੇ 5 ਹੋਰ ਜੰਗਲੀ ਕੌਮਾਂ ਦੇ ਸਰਦਾਰਾਂ ਨੂੰ ਪਾਟਲੀਪੁੱਤਰ ਨੂੰ ਲੁੱਟਣ ਦਾ ਲਾਲਚ ਦੇ ਕੇ ਨਾਲ ਮਿਲਾ ਲਿਆ ਸੀ। ਚਾਣਕਿਆ ਨੇ ਸੋਚ ਵਿਚਾਰ ਕੇ ਇਹ ਫੈਸਲਾ ਕੀਤਾ ਕਿ ਜੇ ਹੋ ਸਕੇ ਤਾਂ ਰਾਖਸ਼ ਅਤੇ ਮਲਿਆਕੇਤੂ ਨੂੰ ਆਪਸ ਵਿੱਚ ਪਾੜ ਦਿੱਤਾ ਜਾਏ ਤੇ ਇੱਕ ਤਾਂ ਇਹ ਸਾਬਤ ਕਰ ਦਿੱਤਾ ਜਾਏ ਕਿ ਰਾਖਸ਼ ਧੋਖੇਬਾਜ਼ ਹੈ ਤੇ ਦੂਜੇ ਕਿ ਰਾਖਸ਼ ਨੂੰ ਪਾਟਲੀਪੁੱਤਰ ਸੱਦ ਕੇ ਉਹਨੂੰ ਕਾਬੂ ਕਰ ਲਿਆ ਜਾਏ। ਇਸ ਵਿੱਚ ਕੁਦਰਤ ਨੇ ਚਾਣਕਿਆ ਦੀ ਮਦਦ ਕੀਤੀ। ਜਦੋਂ ਰਾਖਸ਼ ਪਾਟਲੀਪੁੱਤਰ ਤੋਂ ਭੱਜਿਆ ਸੀ ਤਾਂ ਉਹ ਆਪਣੀ ਵਹੁਟੀ ਅਤੇ ਬੱਚਿਆਂ ਨੂੰ ਆਪਣੇ ਇੱਕ ਦੋਸਤ ਚੰਦਨ ਪਾਸ ਛੱਡ ਗਿਆ ਸੀ। ਚੰਦਨ ਦਾਸ ਪਾਟਲੀਪੁੱਤਰ ਦਾ ਇੱਕ ਵਪਾਰੀ ਸੀ ਤੇ ਰਾਖਸ਼ ਦਾ ਬੜਾ ਗੂੜਾ ਮਿੱਤਰ ਸੀ। ਇੱਕ ਦਿਨ ਚਾਣਕਿਆ ਦਾ ਜਾਸੂਸ ਨਿਪੁੰਨਕਾ ਪਾਟਲੀਪੁੱਤਰ ਵਿੱਚ ਫਿਰ ਰਿਹਾ ਸੀ ਤੇ ਇਹ ਪਤਾ ਕਰ ਰਿਹਾ ਸੀ ਕਿ ਲੋਕਾਂ ਦੇ ਕੀ ਵਿਚਾਰ ਹਨ। ਇੱਕ ਮਜਮਾ ਲਾਉਣ ਵਾਲੇ ਦੇ ਭੇਸ ਵਿੱਚ ਉਹ ਚੰਦਨ ਦਾਸ ਦੇ ਘਰ ਸਾਹਮਣੇ ਆਉਣ ਜਾਣ ਵਾਲਿਆਂ ਨੂੰ ਕਿੱਸੇ ਸੁਣਾ ਕੇ ਖੁਸ਼ ਕਰ ਰਿਹਾ ਸੀ। ਰਾਖਸ਼ ਦਾ 5 ਕੁ ਸਾਲ ਦਾ ਲੜਕਾ ਵੀ ਤਮਾਸ਼ਾ ਵੇਖਣ ਲਈ ਬਾਹਰ ਨੂੰ ਦੌੜਿਆ ਆਇਆ। ਉਹਦੀ ਮਾਂ ਨੇ ਅਗਾਂਹ ਵੱਧ ਕੇ ਉਹਨੂੰ ਭੱਜਦੇ ਹੋਏ ਨੂੰ ਫੜ ਲਿਆ ਤੇ ਖਿੱਚ ਕੇ ਅੰਦਰ ਲੈ ਗਈ। ਇਸ ਤਰ੍ਹਾਂ ਕਰਨ ਨਾਲ ਅਚਾਨਕ ਉਹਦੇ ਹੱਥੋਂ ਰਾਖਸ਼ ਦੀ ਮੋਹਰ ਵਾਲੀ ਮੁੰਦਰੀ ਡਿੱਗ ਪਈ ਜਿਹੜੀ ਉਹ ਉਹਦੇ ਕੋਲ ਛੱਡ ਗਿਆ ਸੀ ਤੇ ਪੱਕਿਆਂ ਕਰ ਗਿਆ ਸੀ ਕਿ ਉਹ ਇਹਨੂੰ ਬੜਾ ਸਾਂਭ ਕੇ ਰੱਖੇ। ਬਦਕਿਸਮਤੀ ਨਾਲ ਉਹਨੂੰ ਮੁੰਦਰੀ ਦੇ ਡਿੱਗਣ ਦਾ ਪਤਾ ਲੱਗਾ ਤੇ ਉਹਨੂੰ ਆਪਣੇ ਲੜਕੇ ਨੂੰ ਅੰਦਰ ਲੈ ਜਾ ਕੇ ਬੂਹਾ ਢੋ ਦਿੱਤਾ। ਨਿਪੁੰਨਕਾ ਨੇ ਉਹ ਮੁੰਦਰੀ ਚੁੱਕ ਲਈ ਤੇ ਉਹਨੂੰ ਚਾਣਕਿਆ ਪਾਸ ਲੈ ਆਇਆ। ਚਾਣਕਿਆ ਰਾਖਸ਼ ਦੀ ਮੁੰਦਰੀ ਲੈ ਕੇ ਬੜਾ ਖੁਸ਼ ਹੋਇਆ। ਉਹਨੇ ਝੱਟ ਆਪਣੇ ਮੁਨਸ਼ੀ ਸਿਧਾਰਥਕ ਨੂੰ ਬੁਲਾਇਆ। ਉਹਨੇ ਉਹਦੇ ਕੋਲੋਂ ਇੱਕ ਚਿੱਠੀ ਲਿਖਵਾਈ ਜਿਹੜੀ ਰਾਖਸ਼ ਵੱਲੋਂ ਚੰਦਰਗੁਪਤ ਨੂੰ ਕੱਲੀ ਗਈ ਸੀ। ਇਸ ਵਿੱਚ ਰਾਖਸ਼ ਵੱਲੋਂ ਲਿਖਿਆ ਗਿਆ ਸੀ ਕਿ ਚੰਦਰਗੁਪਤ ਉਹਨੂੰ ਪ੍ਰਵਤਕ ਤੇ ਜਵਾਹਰਾਤ ਦੇ ਦੇਵੇ ਤੇ ਚਾਣਕਿਆ ਦੀ ਥਾਂ ਉਹਨੂੰ ਆਪਣਾ ਵਜ਼ੀਰ ਬਣਾ ਲਵੇ ਤਾਂ ਉਹ ਆਪਣੇ ਸਰਦਾਰਾਂ ਸਮੇਤ ਉਹਦੇ ਨਾਲ ਮਿਲ ਜਾਵੇਗਾ ਤੇ ਮਲਿਆਕੇਤੂ ਨੂੰ ਕੈਦ ਕਰਕੇ ਉਹਦੇ ਪੇਸ਼ ਕਰ ਦੇਵੇਗਾ। ਉਸ ਖੱਤ 'ਤੇ ਉਹਨੇ ਰਾਖਸ਼ ਦੀ ਮੋਹਰ ਲਾ ਦਿੱਤੀ ਤੇ ਖੱਤ ਸਿਧਾਰਥਕ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਇਹ ਖੱਤ ਕਿਸੇ ਨਾ ਕਿਸੇ ਤਰ੍ਹਾਂ ਮਲਿਆਕੇਤੂ ਤੱਕ ਪਹੁੰਚਾ ਦੇਵੇ। ਸਿਧਾਰਥਕ ਨੇ ਕਿਹਾ, ਮੈਂ ਮਲਿਆਕੇਤੂ ਦੇ ਤੰਬੂ ਵਿੱਚ ਕਿਵੇਂ ਜਾ ਸਕਾਂਗਾ? ਫਰਜ਼ ਕਰੋ ਮੈਂ ਉੱਥੋਂ ਤੱਕ ਚਲਾ ਵੀ ਗਿਆ ਤਾਂ ਕਿਸੇ ਨੇ ਮੇਰੀ ਗੱਲ 'ਤੇ ਯਕੀਨ ਨਹੀਂ ਕਰਨਾ। ਉਹ ਫੌਰਨ ਤਾੜ ਜਾਣਗੇ ਕਿ ਮੈਂ ਤੁਹਾਡਾ ਜਾਸੂਸ ਹਾਂ। ਛਲੀਏ ਚਾਣਕਿਆ ਨੇ ਝੱਟ ਉੱਤਰ ਦਿੱਤਾ, ਇਹਦਾ ਮੈਂ ਸਭ ਬੰਦੋਬਸਤ ਕੀਤਾ ਹੋਇਆ ਹੈ। ਮੈਂ ਆਪਣੇ ਅਫਸਰਾਂ ਨੂੰ ਹੁਕਮ ਦੇ ਦਿੱਤਾ ਹੈ ਕਿ ਉਹ ਸ਼ਟਕ ਦਾਸ ਨੂੰ, ਜਿਹੜਾ ਰਾਖਸ਼ ਦਾ ਬੜਾ ਮਿੱਤਰ ਤੇ ਗੁਪਤਚਰ ਹੈ, ਸ਼ਮਸ਼ਾਨ ਭੂਮੀ ਵਿੱਚ ਲਿਜਾ ਕੇ ਉੱਥੇ ਉਹਨੂੰ ਦੇਸ਼ ਵਿਦਰੋਹ ਦਾ ਅਪਰਾਧੀ ਹੋਣ ਦੇ ਕਾਰਨ ਸੂਲੀ 'ਤੇ ਚੜਾ ਦੇਣ। ਤਾਂ ਹੁਣੇ ਆਪਣੇ ਨਾਲ ਥੋੜੇ ਆਦਮੀ ਲੈ ਜਾ ਤੇ ਆਪਣੇ ਆਪ ਨੂੰ ਸ਼ਟਕ ਦਾਸ ਦਾ ਮਿੱਤਰ ਦੱਸਦੇ ਹੋਏ ਉਹਨੂੰ ਛੁਡਵਾ ਲਵੀਂ। ਮੇਰੇ ਅਫਸਰ ਕਿਸੇ ਕਿਸਮ ਦੀ ਰੁਕਾਵਟ ਨਹੀਂ ਪਾਉਣਗੇ। ਤੂੰ ਸ਼ਟਕ ਦਾਸ ਨੂੰ ਬਚਾ ਕੇ ਉਹਦੇ ਨਾਲ ਹੀ ਮਲਿਆਕੇਤੂ ਦੇ ਤੰਬੂ ਵੱਲ ਭੱਜ ਜਾਈਂ। ਉਹ ਫਿਰ ਤੈਨੂੰ ਰਾਜਕੁਮਾਰ ਪਾਸ ਲੈ ਜਾਏਗਾ। ਰਾਖਸ਼ ਤੇਰਾ ਦੋਸਤਾਂ ਵਾਂਗ ਸਵਾਗਤ ਕਰੇਗਾ। ਉਹਦੇ ਕੋਲ ਮੇਰੇ ਹੋਰ ਵੀ ਜਾਸੂਸ ਸੌਦਾਗਰਾਂ ਦੇ ਭੇਸ ਵਿੱਚ ਜਾਣਗੇ ਤੇ ਉਸ ਪਾਸ ਪ੍ਰਵਤਕ ਤੇ ਕੁਝ ਹੀਰੇ ਵੇਚ ਆਉਣਗੇ। ਇਹਨਾਂ ਹੀਰਿਆਂ ਨੂੰ ਵੇਖ ਕੇ ਮਲਿਆਕੇਤੂ ਨੂੰ ਯਕੀਨ ਹੋ ਜਾਏਗਾ ਕਿ ਰਾਖਸ਼ ਚੰਦਰਗੁਪਤ ਨਾਲ ਠੀਕ ਸਾਜ਼ਬਾਜ਼ ਕਰ ਰਿਹਾ ਹੈ। ਮੈਂ ਇੱਕ ਹੋਰ ਜਾਸੂਸ ਨੂੰ ਇਸ ਗੱਲ ਤੇ ਨੀਅਤ ਕੀਤਾ ਹੈ ਕਿ ਉਹ ਮਲਿਆਕੇਤੂ ਦੇ ਕੰਨ ਵਿੱਚ ਇਹ ਗੱਲ ਪਹੁੰਚਾਏ ਕਿ ਉਹਨੇ ਤੇ ਰਾਖਸ਼ ਨੇ ਪ੍ਰਵਤਕ ਨੂੰ ਜਾਨੋਂ ਮਾਰਿਆ ਸੀ। ਸਿਧਾਰਥਕ ਨੇ ਜਦੋਂ ਚਾਣਕਿਆ ਪਾਸੋਂ ਇਸ ਗੱਲ ਦਾ ਵੇਰਵਾ ਸੁਣਿਆ ਤਾਂ ਉਹ ਦੰਗ ਰਹਿ ਗਿਆ। ਉਹ ਪੱਤਰ ਚਾਣਕਿਆ ਪਾਸੋਂ ਲਿਆ ਤੇ ਸ਼ਸਤਰਾਂ ਨਾਲ ਲੈਸ ਹੋ ਕੇ ਸ਼ਮਸ਼ਾਨ ਭੂਮੀ ਵੱਲ ਤੁਰ ਪਿਆ। ਉੱਥੇ ਜਿਵੇਂ ਚਾਣਕਿਆ ਨੇ ਉਸਨੂੰ ਸਮਝਾਇਆ ਸੀ ਕਿ ਸ਼ਟਕ ਦਾਸ ਨੂੰ ਸੂਲੀ ਤੇ ਚੜਾਉਣ ਲਈ ਖੜਾ ਕੀਤਾ ਹੋਇਆ ਸੀ, ਇਹ ਆਪਣੇ ਆਦਮੀਆਂ ਨਾਲ ਉਹਨਾਂ ਤੇ ਟੁੱਟ ਕੇ ਪੈ ਗਿਆ ਤੇ ਸ਼ਟਕ ਦਾਸ ਨੂੰ ਛੁਡਾ ਕੇ ਨਿਕਲ ਗਿਆ। ਦੋਵਾਂ ਨੇ ਰਾਹ ਵਿੱਚ ਮਤਾ ਪਕਾਇਆ ਕਿ ਇਹਨਾਂ ਜ਼ਾਲਮਾਂ ਪਾਸੋਂ ਜਾਨ ਬਚਾਉਣ ਲਈ ਮਲਿਆਕੇਤੂ ਪਾਸ ਜਾ ਪਨਾਹ ਲਈ ਜਾਏ। ਉੱਥੇ ਪਹੁੰਚ ਕੇ ਉਹਨਾਂ ਆਪਣਾ ਰੰਡੀ ਰੋਣਾ ਰੋਇਆ
ਤੇ ਰਾਖਸ਼ ਦੇ ਦੋਹਾਂ ਨੂੰ ਆਪਣੇ ਪਾਸ ਨੌਕਰ ਰੱਖ ਲਿਆ। ਕੁਝ ਦਿਨਾਂ ਪਿੱਛੋਂ ਰਾਖਸ਼ ਦੇ ਪਾਸ ਸੁਦਾਗਰਾਂ ਦੇ ਰੂਪ ਵਿੱਚ ਚਾਣਕਿਆ ਦੇ 3 ਜਾਸੂਸ ਆਏ। ਉਹਨਾਂ ਨੇ ਰਾਖਸ਼ ਨੂੰ ਪਰਵਤਕ ਦੇ ਹੀਰੇ ਵਿਖਾਏ। ਹੀਰਿਆਂ ਦੀ ਚਮਕ ਦਮਕ ਵੇਖ ਕੇ ਰਾਖਸ਼ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਸਸਤੀ ਕੀਮਤ ਸੁਣ ਕੇ ਉਹਨੇ ਝੱਟ-ਪੱਟ ਸਭ ਹੀਰੇ ਖਰੀਦ ਲਏ। ਅਗਲੇ ਦਿਨ ਹੀ ਚਾਣਕਿਆ ਦੇ ਜਾਸੂਸ ਜੀਵ ਸਿੱਧੀ ਨੇ ਮਲਿਆਕੇਤੂ ਦੇ ਤੰਬੂ ਪਾਸ ਉੱਚੀ ਸਾਰੀ ਇਹ ਆਖਿਆ ਕਿ ਅਸਲ ਵਿੱਚ ਉਹਨੇ ਅਤੇ ਰਾਖਸ਼ ਨੇ ਹੀ ਪਰਵਤਕ ਨੂੰ ਮਾਰਿਆ ਸੀ। ਇਹ ਗੱਲ ਝੱਟ ਮਲਿਆਕੇਤੂ ਤੱਕ ਪਹੁੰਚ ਗਈ। ਮਲਿਆਕੇਤੂ ਹੁਣ ਰਾਖਸ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਿਆ। ਉਹ ਮੌਕੇ ਦੀ ਤਾੜ ਵਿੱਚ ਸੀ ਕਿ ਰਾਖਸ਼ ਨੂੰ ਗਲੋਂ ਲਾਇਆ ਜਾਏ। ਇੱਕ ਦਿਨ ਸਥਾਰਥਕ ਨੇ ਮਲਿਆਕੇਤੂ ਦੀ ਸੈਨਾ ਵਿੱਚੋਂ ਜਾਣ-ਬੁੱਝ ਕੇ ਵਾਹੋਦਾਈ ਨੱਸ ਜਾਣ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ ਤੇ ਉਸ ਨੂੰ ਪਕੜ ਲਿਆ ਗਿਆ। ਜਦੋਂ ਉਹਨੂੰ ਮਲਿਆਕੇਤੂ ਦੇ ਸਾਹਮਣੇ ਪੇਸ਼ ਕੀਤਾ ਗਿਆ, ਉਹਨੇ ਸਿਧਾਰਥਕ ਦੀ ਤਲਾਸ਼ੀ ਲੈਣ ਦਾ ਹੁਕਮ ਦਿੱਤਾ। ਉਹਦੇ ਖੀਸੇ ਫੋਲਣ ਤੇ ਉਹਦੇ ਕੋਲੋਂ ਉਹ ਪੱਤਰ ਨਿਕਲਿਆ ਜਿਸ ਤੇ ਰਾਖਸ਼ ਦੀ ਮੋਹਰ ਲੱਗੀ ਹੋਈ ਸੀ। ਇਸ ਪੱਤਰ ਨੂੰ ਪੜ੍ਹ ਕੇ ਮਲਿਆਕੇਤੂ ਦਾ ਸ਼ੱਕ ਹੋਰ ਪੱਕਾ ਹੋ ਗਿਆ। ਉਹਨੇ ਰਾਖਸ਼ ਨੂੰ ਬੁਲਾ ਭੇਜਿਆ। ਮਲਿਆਕੇਤੂ ਨੂੰ ਇਹ ਵੀ ਪਤਾ ਲੱਗਾ ਕਿ ਰਾਖਸ਼ ਨੇ ਆਪਣੇ ਘਰ ਤੇ ਦੂਸਰੇ ਸਰਦਾਰਾਂ ਦੀ ਫੌਜ ਵਿੱਚੋਂ ਪਹਿਰੇਦਾਰ ਨਿਯੁਕਤ ਕਰ ਲਏ ਹਨ। ਇਸ ਤੇ ਮਲਿਆਕੇਤੂ ਨੂੰ ਰਾਖਸ਼ ਦੇ ਬੇਈਮਾਨ ਹੋਣ ਦਾ ਪੱਕਾ ਯਕੀਨ ਹੋ ਗਿਆ। ਜਦੋਂ ਰਾਖਸ਼ ਮਲਿਆਕੇਤੂ ਨੂੰ ਮਿਲਣ ਲਈ ਆਇਆ ਤਾਂ ਉਹਨੇ ਪਰਵਤਕ ਦੇ ਉਹ ਹੀਰੇ ਪਹਿਨੇ ਹੋਏ ਸਨ ਜਿਹੜੇ ਉਹਨੇ ਹੁਣੇ-ਹੁਣੇ ਹੀ ਖਰੀਦੇ ਸਨ। ਇਹਨਾਂ ਹੀਰਿਆਂ ਨੂੰ ਮਲਿਆਕੇਤੂ ਨੇ ਪਛਾਣ ਲਿਆ। ਉਹਨੂੰ ਹੁਣ ਸਾਫ਼ ਪਤਾ ਲੱਗ ਗਿਆ ਕਿ ਉਹਦੇ ਵਿਰੁੱਧ ਇਹ ਸਭ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਹਨੇ ਉਹਨਾਂ 3 ਸਰਦਾਰਾਂ ਨੂੰ ਜਿਉਂਦਿਆਂ ਹੀ ਜ਼ਮੀਨ ਵਿੱਚ ਦਬਵਾ ਦਿੱਤਾ, ਪਰ ਰਾਖਸ਼ ਨਾਲ ਖਾਸ ਰਿਆਇਤ ਕੀਤੀ। ਉਹਨੂੰ ਉੱਥੋਂ ਨਿਕਲ ਜਾਣ ਦਿੱਤਾ ਤੇ ਆਪ ਫੌਜ ਲੈ ਕੇ ਪਾਟਲੀਪੁੱਤਰ ਤੇ ਚੜ੍ਹਾਈ ਕਰ ਦਿੱਤੀ। ਰਾਹ ਵਿੱਚ ਇੱਕ ਜਰਨੈਲ ਆਪਣੇ ਸਾਥੀਆਂ ਦੇ ਮਾਰ ਦਿੱਤੇ ਜਾਣ ਕਰਕੇ ਬਾਗੀ ਹੋ ਗਿਆ। ਵੇਖਾ-ਵੇਖੀ ਫੌਜ ਦਾ ਬਹੁਤ ਸਾਰਾ ਹਿੱਸਾ ਮਲਿਆਕੇਤੂ ਦਾ ਸਾਥ ਛੱਡ ਗਿਆ। ਜਦੋਂ ਮਲਿਆਕੇਤੂ ਪਾਟਲੀਪੁੱਤਰ ਦੇ ਨਜ਼ਦੀਕ ਪਹੁੰਚਿਆ ਤਾਂ ਉਹਦੇ ਨਾਲ ਬੜੀ ਥੋੜ੍ਹੀ ਜਿੰਨੀ ਫੌਜ ਸੀ। ਚੰਦਰਗੁਪਤ ਨੇ ਉਹਨੂੰ ਆਸਾਨੀ ਨਾਲ ਹਰਾ ਦਿੱਤਾ ਤੇ ਮਲਿਆਕੇਤੂ ਨੂੰ ਕੈਦ ਕਰ ਲਿਆ। ਚਾਣਕਿਆ ਸਿਰਫ ਇਹ ਨਹੀਂ ਸੀ ਚਾਹੁੰਦਾ ਕਿ ਚੰਦਰਗੁਪਤ ਦਾ ਵੈਰੀਆਂ ਤੋਂ ਬਚਾਅ ਕੀਤਾ ਜਾਏ, ਉਹ ਇਹ ਵੀ ਚਾਹੁੰਦਾ ਸੀ ਕਿ ਨੰਦ ਵੰਸ਼ ਦਾ ਖਾਨਦਾਨੀ ਵਜ਼ੀਰ ਰਾਖਸ਼ ਵੀ ਚੰਦਰਗੁਪਤ ਦਾ ਖੈਰ-ਖਾ ਵਜ਼ੀਰ ਬਣ ਜਾਏ। ਇਸ ਕੰਮ ਨੂੰ ਸਿਰੇ ਚੜਾਉਣ ਲਈ ਉਹਨੇ ਚੰਦਨਦਾਸ ਨੂੰ ਸੂਲੀ ਦੀ ਸਜ਼ਾ ਸੁਣਾਈ, ਕਿਉਂਕਿ ਉਹਨੇ ਆਪਣੇ ਘਰ ਵਿੱਚ ਦੇਸ਼ ਦੇ ਵੈਰੀ ਰਾਖਸ਼ ਦੇ ਟੱਬਰ ਨੂੰ ਪਨਾਹ ਦਿੱਤੀ ਸੀ। ਚਾਣਕਿਆ ਇਹ ਜਾਣਦਾ ਸੀ ਕਿ ਰਾਖਸ਼ ਇਹ ਖਬਰ ਸੁਣਦਿਆਂ ਹੀ ਪਾਟਲੀਪੁੱਤਰ ਨੂੰ ਭੱਜਾ ਆਏਗਾ ਤੇ ਆਪਣੇ ਮਿੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ। ਚਾਣਕਿਆ ਦੀ ਨੀਤੀ ਕਾਮਯਾਬ ਰਹੀ। ਰਾਖਸ਼ ਚੰਦਨਦਾਸ ਨੂੰ ਮਿਲੀ ਸੂਲੀ ਦੀ ਸਜ਼ਾ ਦੀ ਖਬਰ ਸੁਣਦਿਆਂ ਹੀ ਪਾਟਲੀਪੁੱਤਰ ਪਹੁੰਚਿਆ। ਉਹਨੂੰ ਸ਼ਹਿਰ ਵਿੱਚ ਵੜਦਿਆਂ ਹੀ ਚਾਣਕਿਆ ਦੇ ਗੁਪਤਚਰਾਂ ਨੇ ਗ੍ਰਿਫਤਾਰ ਕਰ ਲਿਆ। ਰਾਖਸ਼ ਨੂੰ ਕਿਸੇ ਸਜ਼ਾ ਦੇਣ ਦੀ ਬਜਾਏ ਚੰਦਰਗੁਪਤ ਦੇ ਮੰਤਰੀ ਦੀ ਪਦਵੀ ਸਵੀਕਾਰ ਕਰਨ ਲਈ ਆਖਿਆ ਗਿਆ, ਪਰ ਉਹਨੇ ਕਿਹਾ ਕਿ ਨੰਦ ਰਾਜਿਆਂ ਦਾ ਨਮਕ ਹਰਾਮ ਨੌਕਰ ਨਹੀਂ ਬਣਨਾ ਚਾਹੁੰਦਾ। ਚੰਦਰਗੁਪਤ ਨੇ ਆਖਿਆ ਤਾਂ ਫਿਰ ਚੰਦਨਦਾਸ ਨੂੰ ਸੂਲੀ ਤੇ ਚਾੜ ਦਿੱਤਾ ਜਾਏਗਾ, ਪਰ ਜੇ ਤੂੰ ਮੰਤਰੀ ਬਣਨਾ ਮੰਨ ਲਵੇ ਤਾਂ ਹੁਣੇ ਤੇਰੇ ਦੋਸਤਾਂ ਨੂੰ ਰਿਹਾਅ ਕਰ ਦਿੱਤਾ ਜਾਏਗਾ। ਕੁਝ ਚਿਰ ਰਾਖਸ਼ ਨੇ ਸੋਚਿਆ ਤੇ ਫੇਰ ਉੱਤਰ ਦਿੱਤਾ, ਅੱਛਾ ਮੈਂ ਇਹ ਗੱਲ ਮੰਨ ਲੈਂਦਾ ਹਾਂ, ਪਰ ਇੱਕ ਸ਼ਰਤ ਹੈ। ਉਹ ਕੀ ਹੈ? ਚੰਦਰਗੁਪਤ ਨੇ ਪੁੱਛਿਆ। ਰਾਖਸ਼ ਨੇ ਉੱਤਰ ਦਿੱਤਾ, ਮਲਿਆਕੇਤੂ ਦੀ ਜਾਨ ਬਖਸ਼ੀ ਕੀਤੀ ਜਾਏ। ਮੈਂ ਵੀ ਉਹਦੇ ਹੱਥ ਇੱਕ ਵਾਰ ਆ ਗਿਆ ਸਾਂ। ਉਹ ਮੈਨੂੰ ਜਾਨੋਂ ਮਰਵਾ ਸਕਦਾ ਸੀ, ਪਰ ਉਹਨੇ ਮੈਨੂੰ ਛੱਡ ਦਿੱਤਾ ਸੀ। ਚੰਦਰਗੁਪਤ ਨੇ ਕਿਹਾ, ਮਲਿਆਕੇਤੂ ਨੂੰ ਛੱਡ ਦਿੱਤਾ ਜਾਏਗਾ। ਚਾਣਕਿਆ ਨੇ ਆਖਿਆ, ਹੁਣ ਮੈਂ ਆਪਣਾ ਕੰਮ ਪੂਰਾ ਕਰ ਚੁੱਕਾ ਹਾਂ। ਮੈਂ ਨੰਦ ਵੰਸ਼ ਦਾ ਖੁਰਾ ਖੋਜ ਮਿਟਾ ਦਿੱਤਾ ਹੈ ਤੇ ਚੰਦਰਗੁਪਤ ਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਹੈ। ਨੰਦ ਮਹਾਰਾਜਿਆਂ ਦਾ ਨਾਇਕ ਅਤੇ ਖੈਰ-ਖਾ ਵਜ਼ੀਰ ਹੁਣ ਉਤਨਾ ਹੀ ਚੰਦਰਗੁਪਤ ਦਾ ਖੈਰ-ਖਾ ਹੈ। ਹੁਣ ਚੰਦਰਗੁਪਤ ਨੂੰ ਤਖਤ ਤੋਂ ਕੋਈ ਨਹੀਂ ਹਿਲਾ ਸਕਦਾ। ਹੁਣ ਮਹਾਰਾਜ, ਮੇਰੀ ਵੀ ਇੱਕ ਬੇਨਤੀ ਹੈ। ਮੈਂ ਆਪਣਾ ਉਹੀ ਪੁਰਾਣਾ ਸੰਨਿਆਸੀ ਜੀਵਨ ਬਸਰ ਕਰਨਾ ਚਾਹੁੰਦਾ ਹਾਂ। ਮੈਨੂੰ ਆਗਿਆ ਦਿੱਤੀ ਜਾਏ। ਇਹ ਕਹਿ ਕੇ ਚਾਣਕਿਆ ਚੰਦਰਗੁਪਤ ਤੋਂ ਵਿਦਾ ਹੋ